ਕਿਤੇ ਨਾ ਕਿਤੇ ਸਾਡੇ ਹੱਕਾਂ ਦੇ ਉੱਪਰ ਡਾਕਾ ਪੈ ਰਿਹਾ ਹੈ ਤੇ ਜਦੋਂ ਸਾਡੇ ਹੱਕਾਂ ਦੇ ਉੱਪਰ ਡਾਕਾ ਪਏਗਾ ਸਾਨੂੰ ਕਿਸੇ ਨੇ ਆ ਕੇ ਨਹੀਂ ਬਚਾਉਣਾ, ਸਾਨੂੰ ਆਪ ਉੱਠਣਾ ਪੈਣਾ ਹੈ। ਨੌਜਵਾਨਾਂ ਦੇ ਵਿੱਚ ਜੋਸ਼ ਹੈ ਜਾਂ ਲੋਕ ਸੜਕਾਂ ਦੇ ਉੱਪਰ ਆਏ ਨੇ, ਜੇ ਇਹਨਾਂ ਨੂੰ ਇੱਕ ਵਧੀਆ ਤਰੀਕੇ ਨਾਲ ਇੱਕ ਸਟ੍ਰੈਟਜੀ ਨਾ ਦਿੱਤੀ ਗਈ ਇਹ ਹਿੰਸਕ ਹੋ ਸਕਦੇ ਨੇ। ਮਨਪ੍ਰੀਤ ਬਾਲ ਦੀ ਸਟੇਟਮੈਂਟ ਆਉਂਦੀ ਆ ਕਿ ਆਰਮੀ ਕੋਲ ਜਾਂ ਡਿਫੈਂਸ ਫੋਰਸਿਸ ਕੋਲੇ ਰਾਸ਼ਨ ਮੁੱਕ ਗਿਆ, ਇਹਨੂੰ ਕਿਵੇਂ ਦੇਖਦੇ ਹੋਗੇ ਤੁਸੀਂ? ਪਰ ਇਹ ਇੱਕ ਤਰੀਕਾ ਹੁੰਦਾ ਆ ਲੋਕਾਂ ਨੂੰ ਦਬਾਉਣ ਦਾ, ਲੋਕਾਂ ਦਾ ਜਿਵੇਂ ਇੱਕ ਰੋਹ ਸੜਕਾਂ ਦੇ ਉੱਪਰ ਆਇਆ ਹੋਇਆ ਆ, ਇਹਨਾਂ ਦੇ ਖਿਲਾਫ ਲੋਕਾਂ ਨੂੰ ਕਰਨ ਦਾ। ਕਿ ਇਸ ਆਰਡੀਨੈਂਸ ਨੂੰ ਚੰਗੀ ਤਰ੍ਹਾਂ ਰੀਡ ਕਰ ਲਵੋ, ਕਿੱਥੇ ਤੁਹਾਡੇ ਹੱਕ ਦੇ ਵਿੱਚ ਜਾਂਦਾ, ਕਿੱਥੇ ਤੁਹਾਡੇ ਵਿਰੋਧ ਵਿੱਚ ਜਾਂਦਾ, ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਵੀ ਹਿੰਦੂ ਪ੍ਰਚਾਰਕਾਂ ਨੂੰ ਵੀ ਆਉਣਾ ਚਾਹੀਦਾ ਹੈ, ਇੱਥੇ ਮੁਸਲਮਾਨ ਪ੍ਰਚਾਰਕਾਂ ਨੂੰ ਵੀ ਆਉਣਾ ਚਾਹੀਦਾ ਹੈ, ਇੱਥੇ ਕ੍ਰਿਸਚਨ ਪ੍ਰਚਾਰਕਾਂ ਨੂੰ ਵੀ ਆਉਣਾ ਚਾਹੀਦਾ ਹੈ, ਕਿਉਂਕਿ ਕੱਲੀ ਖੇਤੀ ਸਿੱਖ ਨਹੀਂ ਕਰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਲੋਕਮਤ ਟੀਵੀ। ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ, ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ। ਇਸੇ ਬਾਬਤ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ। ਸਾਡੇ ਨਾਲ ਭਾਈ ਹਰਪ੍ਰੀਤ ਸਿੰਘ ਮਖੂ ਜੀ ਨੇ, ਉਹਨਾਂ ਦੇ ਵਿਚਾਰ ਜਾਣਦੇ ਕਿਸ ਤਰ੍ਹਾਂ ਦੇ ਨਾਲ ਸੰਘਰਸ਼ ਦੇ ਵਿੱਚ ਜਿਹੜਾ ਹਿੱਸਾ ਪਾ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੈ। ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਔਰ ਜੀ ਫਤਿਹ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ। ਭਾਈ ਸਾਹਿਬ ਵੱਖ-ਵੱਖ ਸੰਘਰਸ਼ਾਂ ਦੇ ਵਿੱਚ ਜਾਂਦੇ ਹੋ, ਹੈ ਨਾ, ਅੱਛੀ ਸੂਝ ਵੀ ਰੱਖਦੇ ਹੋ, ਵੱਖ-ਵੱਖ ਮੁੱਦਿਆਂ ਉੱਤੇ ਤੁਸੀਂ ਵਿਚਾਰ ਵੀ ਕਰਦੇ ਹੋ, ਬੋਲਦੇ ਵੀ ਹੋ ਬਾਕੀ ਦੇ ਨਾਲ। ਕਿਵੇਂ ਦੇਖਦੇ ਹੋ ਸੰਘਰਸ਼ ਨੂੰ ਪੂਰੇ ਨੂੰ? ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵੀ ਸੰਘਰਸ਼ ਨੂੰ ਕਿਸ ਰੂਪ ਦੇ ਵਿੱਚ ਦੇਖਦੇ ਹੋ। ਸਭ ਤੋਂ ਪਹਿਲਾਂ ਤਾਂ ਮੈਂ ਇਸ ਰੂਪ ਦੇ ਵਿੱਚ ਦੇਖਦਾ ਪਿਆ ਮਾਂ ਕਿ ਏਡੇ ਵੱਡੇ ਪੱਧਰ ਦੇ ਉੱਪਰ ਕਦੀ ਵੀ ਕੋਈ ਆਰਡੀਨੈਂਸ ਆਉਂਦਾ ਸੀ ਜਾਂ ਕੋਈ ਬਿੱਲ ਪਾਸ ਹੁੰਦਾ ਸੀ ਤੇ ਏਡੇ ਵੱਡੇ ਪੱਧਰ ਦੇ ਉੱਪਰ ਕਦੀ ਮੈਂ ਦੇਖਦਾ ਨਹੀਂ ਸੀ ਵੀ ਨੌਜਵਾਨ ਵੀ ਸੜਕਾਂ ਦੇ ਉੱਪਰ ਆ ਜਾਂਦਾ। ਐਸਾ ਹੋ ਗਿਆ ਸੀ ਕਿ ਕਿਸਾਨੀ ਨਾਲ ਜੁੜੇ ਹੋਏ ਮੁੱਦਿਆਂ ਵਿੱਚ ਕਿਸਾਨ ਭਰਾ ਹੁੰਦੇ ਸੀ, 10 20 50 ਹੁੰਦੇ ਸਨ ਤੇ ਇੱਕੋ ਜਿਹੀਆਂ ਦਸਤਾਰਾਂ ਹੁੰਦੀਆਂ ਸੀ, ਪੱਗਾਂ ਹੁੰਦੀਆਂ ਸੀ ਤੇ ਆਮ ਕਰਕੇ ਸਵੇਰੇ ਚਲੇ ਜਾਣਾ, ਸ਼ਾਮ ਨੂੰ ਆ ਜਾਣਾ। ਜੇ ਕੋਈ ਟਰੈਕ ਜਾਮ ਕਰਨਾ ਤੇ ਉਹੀ ਵੀਰ ਹੁੰਦੇ ਸੀ। ਇਸ ਵਾਰ ਗਜ਼ਬ ਦੀ ਗੱਲ ਇਹ ਹੋਈ ਹੈ ਵੀ ਜੋ ਮੈਂ ਵੇਖਦਾ ਪਿਆ ਵਾਂ ਵੀ ਸਾਡਾ ਨੌਜਵਾਨ ਨੂੰ ਉਹ ਸੋਸ਼ਲ ਮੀਡੀਆ ਨੇ ਜਗਾਇਆ ਹੈ, ਤੁਹਾਡੇ ਵਰਗੇ ਵੀਰਾਂ ਦੇ ਇੰਟਰਵਿਊ ਦੇ ਨਾਲ ਜਾਗਿਆ ਵੀ ਇਹਨਾਂ ਨੂੰ ਆਪਣੇ ਹੱਕਾਂ ਦੀ ਸਮਝ ਲੱਗ ਗਈ ਵੀ ਕਿਤੇ ਨਾ ਕਿਤੇ ਸਾਡੇ ਹੱਕਾਂ ਦੇ ਉੱਪਰ ਡਾਕਾ ਪੈ ਰਿਹਾ ਤੇ ਜਦੋਂ ਸਾਡੇ ਹੱਕਾਂ ਦੇ ਉੱਪਰ ਡਾਕਾ ਪਏਗਾ ਸਾਨੂੰ ਕਿਸੇ ਨੇ ਆ ਕੇ ਨਹੀਂ ਬਚਾਉਣਾ, ਸਾਨੂੰ ਆਪ ਉੱਠਣਾ ਪੈਣਾ ਹੈ, ਆਵਾਜ਼ ਬੁਲੰਦ ਕਰਨੀ ਪੈਣੀ ਹੈ। ਹਾਂ, ਇੱਕ ਚੀਜ਼ ਜਿਹੜੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕਿਵੇਂ ਵੇਖਦੇ ਪਏ ਹੋ, ਮੈਂ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਵੇਖਦਾ ਪਿਆ ਵੀ ਜਿਵੇਂ ਨੌਜਵਾਨਾਂ ਦੇ ਵਿੱਚ ਜੋਸ਼ ਹੈ ਜਾਂ ਲੋਕ ਸੜਕਾਂ ਦੇ ਉੱਪਰ ਆਏ ਨੇ, ਜੇ ਇਹਨਾਂ ਨੂੰ ਇੱਕ ਵਧੀਆ ਤਰੀਕੇ ਨਾਲ ਇੱਕ ਸਟ੍ਰੈਟਜੀ ਨਾ ਦਿੱਤੀ ਗਈ ਇਹ ਹਿੰਸਕ ਹੋ ਸਕਦੇ ਨੇ। ਪਰ ਜੇ ਇੱਕ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਸਾਂਭਿਆ ਜਾਵੇ ਤੇ ਮੈਨੂੰ ਲੱਗਦਾ ਵੀ ਸਾਡਾ ਬਹੁਤ ਵਧੀਆ ਮੈਸੇਜ ਜਿਹੜਾ ਉਹ ਸਰਕਾਰਾਂ ਤੱਕ ਵੀ ਅਪੜੇਗਾ ਤੇ ਹੋ ਸਕਦਾ ਵੀ ਸਾਡੇ ਇਸ ਰੋਸ ਦੇ ਨਾਲ ਇਹ ਜਿਹੜਾ ਬਿੱਲ ਹੈ ਇਹ ਵਾਪਸੀ ਵਾਲੇ ਪਾਸੇ ਵਧਣ ਲੱਗ ਪਵੇ ਜੀ। ਅੱਛਾ ਭਾਈ ਸਾਹਿਬ, ਕੇਂਦਰ ਦਾ ਰਵੱਈਆ ਆਪਾਂ ਦੇਖਦੇ ਹਾਂ ਕਿਵੇਂ ਦਾ ਅੜੀਅਲ ਰਵੱਈਆ, ਹੈ ਨਾ। ਸਾਡੀ ਸੂਬਾ ਸਰਕਾਰ ਦਾ ਵੀ ਆ, ਪਹਿਲਾਂ ਮੁੱਖ ਮੰਤਰੀ ਦੀ ਸਟੇਟਮੈਂਟ ਆਉਂਦੀ ਆ ਕਿ ਜਿਹੜਾ ਰੇਲਾਂ ਦੇ ਵਿੱਚ ਢਿੱਲ ਦੇਣੀ ਚਾਹੀਦੀ ਆ। ਮਨਪ੍ਰੀਤ ਬਾਲ ਦੀ ਸਟੇਟਮੈਂਟ ਆਉਂਦੀ ਆ ਕਿ ਆਰਮੀ ਕੋਲ ਜਾਂ ਡਿਫੈਂਸ ਫੋਰਸਿਸ ਕੋਲੇ ਰਾਸ਼ਨ ਮੁੱਕ ਗਿਆ, ਇਹਨੂੰ ਕਿਵੇਂ ਦੇਖਦੇ ਹੋਗੇ ਤੁਸੀਂ? ਨਹੀਂ ਦੇਖੋ, ਕਿਸਾਨ ਭਰਾਵਾਂ ਦੇ ਉੱਪਰ ਇਹ ਸਵਾਲ ਉੱਠਿਆ ਸੀ, ਇਹਦਾ ਜਵਾਬ ਕਿਸਾਨ ਭਰਾਵਾਂ ਨੇ ਦੇ ਦਿੱਤਾ ਵੀ ਜੇ ਤੁਹਾਡੀ ਕੋਈ ਸਪੈਸ਼ਲ ਗੱਡੀ ਆਉਂਦੀ ਹੈ, ਜੇ ਕੋਈ ਕਿਸੇ ਵੀ ਪ੍ਰਕਾਰ ਦੀ ਰਾਸ਼ਨ ਲੈ ਕੇ ਆਉਂਦੀ ਹੈ, ਸਾਨੂੰ ਉੱਤੇ ਕੋਈ ਆਬਜੈਕਸ਼ਨ ਨਹੀਂ ਹੈ। ਪਰ ਇਹ ਇੱਕ ਤਰੀਕਾ ਹੁੰਦਾ ਆ ਲੋਕਾਂ ਨੂੰ ਦਬਾਉਣ ਦਾ, ਲੋਕਾਂ ਦਾ ਜਿਵੇਂ ਇੱਕ ਰੋਹ ਸੜਕਾਂ ਦੇ ਉੱਪਰ ਆਇਆ ਹੋਇਆ ਆ, ਇਹਨਾਂ ਦੇ ਖਿਲਾਫ ਲੋਕਾਂ ਨੂੰ ਕਰਨ ਦਾ। ਵੀ ਪੰਜਾਬ ਦੇ ਵਿੱਚ ਥਰਮਲ ਦੇ ਨਾਲ ਬਿਜਲੀ ਹੈ, ਵੀ ਜੇ ਕੋਲਾ ਨਾ ਆਇਆ ਪੰਜਾਬ ਹਨੇਰੇ ਦੇ ਵਿੱਚ ਚਲਾ ਜਾਵੇਗਾ। ਜੇ ਹੁਣ ਤੁਸੀਂ ਸਾਨੂੰ ਰੇਲ ਪਟੜੀ ਦੇ ਜਿਹੜੇ ਟਰੈਕ ਨੇ ਇਸੇ ਪ੍ਰਕਾਰ ਰੋਕੋਗੇ ਤੇ ਅਸੀਂ ਜਿਹੜੀ ਖਰੀਦ ਹੈ ਤੁਹਾਡੀ ਕਿਵੇਂ ਚੁੱਕਾਂਗੇ, ਤੁਹਾਡਾ ਜਿਹੜਾ ਅੰਨ ਆ ਉਹ ਦੁਬਾਰਾ ਮੰਡੀਆਂ ਦੇ ਵਿੱਚ ਰੁਲੇਗਾ। ਇਹ ਹੁੰਦਾ ਵੀ ਜਿਹੜੇ ਬਾਕੀ ਲੋਕ ਨੇ ਉਹਨਾਂ ਦੇ ਅੰਦਰ ਇਹ ਵਿਰੋਧ ਭਾਵਨਾ ਪੈਦਾ ਕਰ ਦੇਣੀ ਕਿ ਜਿਹੜੇ ਲੋਕ ਬੈਠੇ ਹੋਏ ਨੇ ਨਾ ਉਹ ਤੁਹਾਡੇ ਅਗੇਂਸਟ ਨੇ। ਇਹ ਸਰਕਾਰਾਂ ਦਾ ਰਵੱਈਆ ਹੁੰਦਾ ਔਰ ਬੜੀ ਪ੍ਰਕਾਰ ਦੇ ਰਵੱਈਆ ਕਰਦੀਆਂ ਹੁੰਦੀਆਂ ਨੇ। ਪਰ ਇੱਥੇ ਕਿਸਾਨ ਭਰਾਵਾਂ ਨੇ ਬੜਾ ਖੁੱਲ੍ਹੇ ਦਿਲ ਦੇ ਨਾਲ ਕਹਿ ਦਿੱਤਾ ਵੀ ਜੇ ਕੋਈ ਸਪੈਸ਼ਲ ਗੱਡੀ ਆਉਂਦੀ ਹੈ, ਕੋਲੇ ਵਾਲੀ ਗੱਡੀ ਆਉਂਦੀ ਹੈ ਤੇ ਉਹਨਾਂ ਨੂੰ ਨਹੀਂ ਰੋਕਾਂਗੇ। ਭਾਈ ਸਾਹਿਬ, ਇੱਕ ਚੀਜ਼ ਇਹ ਹੈ ਕਿ ਮੇਰਾ ਅਗਲਾ ਸਵਾਲ ਆ, ਇਹਦੇ ਵਿੱਚ ਮੇਰਾ ਇਹ ਮਕਸਦ ਨਹੀਂ ਕਿ ਮੈਂ ਕੰਟਰੋਵਰਸੀ ਕ੍ਰੀਏਟ ਕਰਾਂ ਜਾਂ ਕਿਸੇ ਤਰੀਕੇ ਦੇ ਨਾਲ ਵਾਦ ਵਿਵਾਦ ਹੋਏ, ਪਰ ਆਪਾਂ ਦੇਖਦੇ ਹਾਂ ਕਿ ਕੁਝ ਕੁ ਮੀਡੀਆ ਦਾ ਹਿੱਸਾ ਹੁੰਦਾ ਆ ਕੇ ਨੌਜਵਾਨਾਂ ਨੂੰ ਪੁੱਛ ਲੈਂਦਾ ਕਿ ਆਰਡੀਨੈਂਸ ਬਾਰੇ ਕੀ ਪਤਾ ਤੁਹਾਨੂੰ, ਜਾਣਕਾਰੀ ਕੀ ਹੈ। ਹਰੇਕ ਬੰਦੇ ਨੂੰ ਹਰੇਕ ਚੀਜ਼ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ। ਤੁਹਾਡੇ ਇਸ ਬਾਰੇ ਕੀ ਪ੍ਰਤੀਕਿਰਿਆ? ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ। ਦੇਖੋ, ਕਦੀ ਵੀ ਕਿਸੇ ਮਾਮਲੇ ਦੇ ਉੱਪਰ ਸਾਰਾ ਜਿਹੜਾ ਇਕੱਠ ਹੈ ਨਾ, ਇਹਨਾਂ ਨੂੰ ਬਹੁਤਿਆਂ ਨੂੰ ਜਾਣਕਾਰੀ ਨਹੀਂ ਹੋਵੇਗੀ, ਪਰ ਜਿਹੜੇ ਅੱਗੇ ਲੱਗੇ ਹੋਏ ਨੇ ਇਹ ਫੇਥ ਕਰਕੇ ਆਏ ਨੇ ਨਾ ਅਗਲਿਆਂ ਦੇ ਉੱਪਰ ਵੀ ਜਿਹਨੇ ਸਟੇਜ ਦੇ ਉੱਪਰ ਬੋਲਣਾ ਹੈ ਜਾਂ ਜਿਹੜੇ ਸਾਡੇ ਅੱਗੇ ਲੱਗੇ ਨੇ ਉਹਨਾਂ ਨੂੰ ਪੂਰੀ ਨੌਲੇਜ ਹੋਵੇਗੀ। ਹੁਣ ਇੱਕ ਗੱਲ ਬੜੀ ਸੁੰਦਰ ਕੀਤੀ ਸੀ ਸਰਦਾਰ ਨਵਕਿਰਨ ਸਿੰਘ ਜੀ ਨੇ, ਉਹਨਾਂ ਨੂੰ ਮੈਂ ਬੜਾ ਪੁਰਾਣਾ ਜਾਣਦਾ ਵਾਂ, ਕਿ ਇਸ ਆਰਡੀਨੈਂਸ ਨੂੰ ਚੰਗੀ ਤਰ੍ਹਾਂ ਰੀਡ ਕਰ ਲਵੋ, ਕਿੱਥੇ ਤੁਹਾਡੇ ਹੱਕ ਦੇ ਵਿੱਚ ਜਾਂਦਾ, ਕਿੱਥੇ ਤੁਹਾਡੇ ਵਿਰੋਧ ਵਿੱਚ ਜਾਂਦਾ, ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਪਰ ਇਹ ਕੰਮ ਆਮ ਕਰਕੇ ਮੀਡੀਆ ਦਾ ਹੈ। ਹੁਣ ਇੱਕ ਬੰਦਾ ਆਹ ਵੀਰ ਹੈ, ਇਹ ਸਾਡੇ ਨਾਲ ਸਾਥ ਦੇਣ ਦੇ ਲਈ ਆ ਗਏ। ਹੁਣ ਤੁਸੀਂ ਜਾਣ ਕੇ ਪੁੱਛੋਗੇ
ਤੁਹਾਡੀ ਗੱਲ ਨਹੀਂ ਕਰਦਾ ਮੈਂ, ਜਿਵੇਂ ਤੁਸੀਂ ਗੱਲ ਕੀਤੀ ਵੀ ਤੁਸੀਂ ਮੇਰੀ ਗੱਲ ਨਹੀਂ ਕਰਦੇ, ਮੈਂ ਤੁਹਾਡੀ ਗੱਲ ਨਹੀਂ ਕਰਦਾ। ਕਈ ਵਾਰੀ ਜਾਣ ਬੁੱਝ ਕੇ ਉਹ ਕਿਸੇ ਦੇ ਭੇਜੇ ਹੋਏ ਆਉਂਦੇ ਨੇ ਜਾਂ ਕਿਸੇ ਦੇ ਸਿਖਾਏ ਹੋਏ ਆਉਂਦੇ ਨੇ ਜਾਂ ਉਹ ਪੇਡ ਹੁੰਦੇ ਨੇ। ਮੈਂ ਕਿਸੇ ਤੇ ਕਿੰਤੂ ਨਹੀਂ ਕਰਦਾ, ਨਾ ਮੈਂ ਕਿਸੇ ਚੈਨਲ ਦਾ ਨਾਮ ਲੈ ਰਿਹਾ ਵਾਂ, ਕਿਸੇ ਵੀ ਪ੍ਰਕਾਰ ਹੁੰਦੀ ਹੈ। ਦੱਸੋ ਜੀ ਆਰਡੀਨੈਂਸ ਕਿਹੜੇ ਨੇ, ਇਹਦੇ ਵਿੱਚ ਕਿੱਥੇ ਤੁਹਾਡਾ ਨੁਕਸਾਨ ਹੁੰਦਾ ਹੈ। ਹੁਣ ਮੰਨ ਲਓ ਇਹ ਮੇਰੇ ਤੇ ਫੇਥ ਕਰਕੇ ਆਏ ਨੇ, ਹੋ ਸਕਦਾ ਮੈਂ ਦੀਪ ਸਿੱਧੂ ਵੀਰ ਤੇ ਫੇਥ ਕਰਕੇ ਬੈਠਾ ਹੋਵਾਂ, ਹੈ ਨਾ। ਹੁਣ ਸਾਡੇ ਜਿਹੜੇ ਅਗਲੇ ਹੁੰਦੇ ਨੇ ਮੇਨ ਨੌਲੇਜ ਉਹਨਾਂ ਨੂੰ ਹੁੰਦੀ ਹੈ। ਹੁਣ ਜੇ ਆਹ ਵੀਰ ਕੈਮਰੇ ਤੇ ਹੈ, ਇਹਨੂੰ ਮੈਂ ਪੁੱਛਾਂ ਬ੍ਰੌਡਕਾਸਟਿੰਗ ਦਾ ਰੂਲ ਕੀ ਹੈ, ਇਹਨੂੰ ਨਹੀਂ ਪਤਾ ਹੋਵੇਗਾ ਤੇ ਉਸੇ ਵੇਲੇ ਮੈਂ ਲਾਈਵ ਹੋ ਜਾਵਾਂ। ਅੱਜ ਕੱਲ੍ਹ ਹਰ ਕਿਸੇ ਕੋਲ ਆਪਸ਼ਨ ਹੈ ਵੀ ਆਹ ਦੇਖੋ ਜੀ ਫਲਾਣੇ ਚੈਨਲ ਵੱਲੋਂ ਆਏ ਨੇ, ਇਹਨਾਂ ਨੂੰ ਬ੍ਰੌਡਕਾਸਟਿੰਗ ਰੂਲ ਦਾ ਪਤਾ ਹੀ ਨਹੀਂ ਹੈ। ਇਹ ਕਈ ਵਾਰੀ ਐਸਾ ਹੋ ਜਾਂਦਾ ਹੁੰਦਾ ਆ। ਪਰ ਜਿਹੜਾ ਫੇਥ ਕਰਕੇ ਆਇਆ, ਮੈਂ ਕਹਿੰਦਾ ਇਹ ਸੱਜਣਾ ਦਾ ਆਉਣਾ ਸਾਡੇ ਸਿਰਾਂ ਦੀ ਗਿਣਤੀ ਵੱਧਦੀ ਹੈ। ਸਾਡੇ ਇਕੱਠ ਤੋਂ ਇੱਕ ਬਹੁਤ ਵੱਡਾ ਮੈਸੇਜ ਆਉਂਦਾ ਪਿਆ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਵਾਲ ਸਾਡੇ ਇਹਨਾਂ ਦੇ ਅੰਦਰ ਪਨਪਦੇ ਨੇ ਉਹਨਾਂ ਦੇ ਸਹੀ ਜਵਾਬ ਦੇ ਦਈਏ। ਅੱਜ ਅਸੀਂ ਬੋਲਦੇ ਹਾਂ, ਹੋ ਸਕਦਾ ਕੱਲ ਨੂੰ ਇਹ ਵੀ ਵੀਰ ਅੱਗੇ ਹੋ ਕੇ ਬੋਲਣਗੇ। ਮੇਰਾ ਅਖੀਰਲਾ ਸਵਾਲ ਆ ਜੀ, ਸਿੱਖ ਪ੍ਰਚਾਰਕਾਂ ਦੀ ਭੂਮਿਕਾ ਕਿਵੇਂ ਦੇਖਦੇ ਹੋ? ਇੱਕਾ ਦੁੱਕਾ ਹੋ ਸਕਦਾ ਬੰਦੇ ਨਹੀਂ ਵੀ ਉੱਠੇ ਹੋਣ, ਪਰ ਜ਼ਿਆਦਾਤਰ ਬੰਦੇ ਉੱਠੇ ਵੀ ਆ, ਉਹਨਾਂ ਦੀ ਭੂਮਿਕਾ ਤੁਸੀਂ ਕਿਵੇਂ ਦੇਖਦੇ ਹੋ? ਕਰੀਬ ਸਿੱਖ ਪ੍ਰਚਾਰਕ ਸਾਰੇ ਆਏ ਨੇ, ਕਿਉਂਕਿ ਸਿੱਖ ਪ੍ਰਚਾਰਕ ਆਉਣ ਦਾ ਕਾਰਨ ਇਹ ਹੈ, ਇੱਥੇ ਇਕੱਲਾ ਆਰਡੀਨੈਂਸ ਦੀ ਗੱਲ ਨਹੀਂ ਹੈ, ਸਾਡੇ ਸੱਭਿਆਚਾਰ ਦੀ ਗੱਲ ਵੀ ਉੱਠਦੀ ਪਈ ਹੈ। ਗੁਰਬਾਣੀ ਦੇ ਵਿੱਚ ਖੇਤੀ ਨੂੰ ਲੈ ਕੇ ਅਨੇਕਾਂ ਐਗਜ਼ਾਮਪਲਸ ਨੇ। ਸਾਡੇ ਬਾਬੇ ਜਿਸ ਦੀ ਗੱਲ ਕਰਦੇ ਆ, ਜਿੱਥੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ, ਉਹਨਾਂ ਨੇ ਕਰਤਾਰਪੁਰ ਦੀ ਧਰਤੀ ਤੇ ਖਲ ਵਾਇਆ, ਨੱਕੇ ਮੋੜੇ ਨੇ। ਇਸ ਕਰਕੇ ਕਿਰਤ ਕਰੋ ਦੀ ਗੱਲ ਕੀਤੀ ਹੈ। ਸਾਡਾ ਬਹੁਤਾ ਜ਼ਿਆਦਾ ਜਿਹੜਾ ਇਹ ਸੂਬਾ ਜਿਹੜਾ ਕ੍ਰਿਸ਼ੀ ਪ੍ਰਧਾਨ ਸੂਬਾ ਆ, ਇਹ ਖੇਤੀ ਨਾਲ ਜੁੜੇ ਹੋਏ ਨੇ। ਇਸ ਕਰਕੇ ਜੇ ਪ੍ਰਚਾਰਕ ਇਸ ਵੇਲੇ ਸਾਥ ਦੇਵੇਗਾ, ਕਿਉਂਕਿ ਪ੍ਰਚਾਰਕ ਇੱਕ ਐਸੀ ਚੀਜ਼ ਹੁੰਦਾ, ਇੱਕ ਲੀਡਰ ਨੂੰ ਵੀ ਬੰਦੇ ਇਕੱਠੇ ਕਰਨੇ ਪੈਂਦੇ ਨੇ। ਫਿਰ ਇੱਕ ਪ੍ਰਚਾਰਕ ਨੂੰ ਸੁਣਨ ਵਾਸਤੇ ਪਹਿਲਾਂ ਕਿ ਲੋਕ ਇਕੱਠੇ ਹੋਏ ਹੁੰਦੇ ਨੇ, ਉਹਦੇ ਕੋਲ ਇੱਕ ਮੰਚ ਹੁੰਦਾ ਆ, ਉਹਦੀ ਗੱਲ ਤੇ ਲੋਕ ਗੌਰ ਕਰਦੇ ਨੇ। ਇਸ ਕਰਕੇ ਐਸੇ ਸਮੇਂ ਤੇ ਜੇ ਕੋਈ ਪ੍ਰਚਾਰਕ ਨਹੀਂ ਆਇਆ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵਾਂ ਵੀ ਕਿਸਾਨ ਭਰਾਵਾਂ ਦੇ ਦਰਦ ਦੀ ਗੱਲ ਆਪਾਂ ਸਟੇਜ ਤੋਂ ਕਰੀਏ। ਆਪਾਂ ਉਹ ਭਾਵੇਂ ਧਾਰਮਿਕ ਸਟੇਜ ਹੋਵੇ, ਭਾਵੇਂ ਇਸ ਤਰੀਕੇ ਦੀ ਸਟੇਜ ਹੋਵੇ, ਕਿਉਂਕਿ ਮੁੱਦਾ ਵੀਰ ਜੀ ਕਿਸਾਨੀ ਨਾਲ ਇਕੱਲਾ ਸਿੱਖ ਨਹੀਂ ਜੇ ਜੁੜਿਆ। ਕਿਸਾਨ ਹਿੰਦੂ ਵੀ ਹੈ, ਕਿਸਾਨ ਮੁਸਲਮਾਨ ਵੀ ਹੈ। ਜੇ ਤੁਸੀਂ ਮਲੇਰਕੋਟਲੇ ਵਾਲੇ ਪਾਸੇ ਚਲੇ ਜਾਓ ਤੇ ਤੁਹਾਨੂੰ ਸਾਰੇ ਜਿਹੜੇ ਕਿਸਾਨ ਨੇ ਉਹ ਮੁਸਲਮਾਨ ਭਰਾ ਵੇਖਣਗੇ। ਮੇਰੇ ਨਾਲ ਐਸੇ ਬੜੇ ਸੱਜਣ ਨੇ, ਪਟਿਆਲੇ ਤੋਂ ਖੇਤੀਬਾੜੀ ਕਰਦੇ ਨੇ, ਹਿੰਦੂ ਕਿਸਾਨ ਵੀ ਹੈ। ਸੋ ਕਿਸਾਨੀ ਦੇ ਮੁੱਦੇ ਨਾਲ ਜੁੜੀਏ, ਇਹਨੂੰ ਧਰਮ ਨਾਲ ਜੋੜ ਕੇ ਨਾ ਵੇਖੀਏ। ਜਿਹੜੀ ਤੁਸੀਂ ਪ੍ਰਚਾਰਕ ਦੀ ਗੱਲ ਕੀਤੀ ਵੀ ਇੱਕਾ ਦੁੱਕਾ ਸਿੱਖ ਪ੍ਰਚਾਰਕ, ਚਲੋ ਉਹ ਤੇ ਆ ਗਏ। ਮੇਰਾ ਮੰਨਣਾ ਹੈ ਵੀ ਹਿੰਦੂ ਪ੍ਰਚਾਰਕਾਂ ਨੂੰ ਵੀ ਆਉਣਾ ਚਾਹੀਦਾ ਹੈ, ਇੱਥੇ ਮੁਸਲਮਾਨ ਪ੍ਰਚਾਰਕਾਂ ਨੂੰ ਵੀ ਆਉਣਾ ਚਾਹੀਦਾ ਹੈ, ਇੱਥੇ ਕ੍ਰਿਸਚਨ ਪ੍ਰਚਾਰਕਾਂ ਨੂੰ ਵੀ ਆਉਣਾ ਚਾਹੀਦਾ ਹੈ। ਕਿਉਂਕਿ ਕੱਲੀ ਖੇਤੀ ਸਿੱਖ ਨਹੀਂ ਕਰਦਾ। ਕਿਸਾਨ ਮੁੱਦਾ ਕਿਸਾਨ ਦਾ, ਮੁੱਦਾ ਸਿੱਖ ਦਾ ਨਹੀਂ ਹੈ। ਸਾਨੂੰ ਇਹ ਚੀਜ਼ ਬੜੀ ਵਿਚਾਰਨੀ ਚਾਹੀਦੀ ਹੈ। ਇਸ ਕਰਕੇ ਸਾਰੇ ਧਰਮਾਂ ਦੇ ਪ੍ਰਚਾਰਕਾਂ ਨੂੰ ਇੱਥੇ ਆਉਣਾ ਚਾਹੀਦਾ ਹੈ, ਕਿਉਂਕਿ ਪ੍ਰਚਾਰਕਾਂ ਨਾਲ ਲੋਕ ਜੁੜੇ ਹੋਏ ਨੇ। ਉਹ ਆਉਣਗੇ, ਮੁੱਦਿਆਂ ਦੀ ਗੱਲਬਾਤ ਕਰਨਗੇ, ਕਿਤੇ ਨਾ ਕਿਤੇ ਸਰਕਾਰਾਂ ਦੀ ਨੀਂਦ ਹਰਾਮ ਹੋਵੇਗੀ। ਬਹੁਤ ਬਹੁਤ ਮਿਹਰਬਾਨੀ। ਮਿਹਰਬਾਨੀ, ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਹਰਪ੍ਰੀਤ ਸਿੰਘ ਮਖੂ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ। ਸੋ ਤੁਸੀਂ ਇਸੇ ਤਰ੍ਹਾਂ ਦੇ ਨਾਲ ਪੰਜਾਬ ਲੋਕਮਤ ਟੀਵੀ ਦੇ ਨਾਲ ਬਣੇ ਰਹੋ, ਔਰ ਅਸੀਂ ਤੁਹਾਨੂੰ ਜਿਹੜਾ ਹੋਰ ਸ਼ਖਸੀਅਤਾਂ ਦੇ ਰੂਬਰੂ ਕਰਦੇ ਰਹਾਂਗੇ।